ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਫॉर ਐਲਵਸ। ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਸਟੱਡੀ ਫॉर ਐਲਵਸ ਦੇ ਉੱਪਰ। ਅਸੀਂ ਜੋ ਸੀ ਮਾਸਟਰ ਕੈਡਰ ਕੈਮਿਸਟਰੀ ਦਾ ਫਸਟ ਯੂਨਿਟ ਕਰ ਰਹੇ ਸੀ, ਬੇਸਿਕ ਪ੍ਰਿੰਸੀਪਲਸ ਆਫ ਕੈਮਿਸਟਰੀ, ਜਿਸ ਪਾਰਟ 1 ਤੇ ਪਾਰਟ 2 ਆਲਰੇਡੀ ਕੰਪਲੀਟ ਹੋ ਚੁੱਕਿਆ। ਅੱਜ ਅਸੀਂ ਪਾਰਟ 3 ਦੇ ਵਿੱਚ ਡਿਸਕਸ ਕਰਾਂਗੇ ਅਟੋਮਿਕ ਐਂਡ ਮੋਲੀਕੂਲਰ ਮਾਸਿਸ ਬਾਰੇ। ਤਾਂ ਕੀ ਹੁੰਦੇ ਨੇ ਅਟੋਮਿਕ ਮਾਸ ਐਂਡ ਮੋਲੀਕੂਲਰ ਮਾਸ, ਤੇ ਕੁਛ ਇਹਦੇ ਜਿਹੜੇ ਕੁਐਸਚਨਸ ਨੇ ਨੂਮੈਰੀਕਲਸ ਟਾਈਪ, ਉਹ ਵੀ ਅੱਜ ਡਿਸਕਸ ਕਰਾਂਗੇ। ਸੋ ਇੱਕ ਛੋਟਾ ਜਿਹਾ ਟੌਪਿਕ ਅੱਜ ਇਹ ਰਹੂਗਾ ਇਸ ਵੀਡੀਓ ਦੇ ਵਿੱਚ। ਸੋ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਲਿਖਿਆ ਹੈ ਕਿ ਫਾਰਮੂਲਾ ਟੂ ਕੈਲਕੂਲੇਟ ਦਾ ਮਾਸ ਆਫ ਐਨ ਐਟਮ। ਅਗਰ ਤੁਸੀਂ ਕਿਸੇ ਐਟਮ ਦਾ ਮਾਸ ਫਾਈਂਡ ਕਰਨਾ ਤਾਂ ਉਹਦਾ ਫਾਰਮੂਲਾ ਕੀ ਹੈ, ਇਸ ਫਾਰਮੂਲੇ ਨੂੰ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਅਟੋਮਿਕ ਮਾਸ ਬਾਰੇ ਗੱਲ ਕਰ ਲੈਂਦੇ ਹਾਂ। ਦੇਖੋ, ਜਿੰਨੇ ਵੀ ਪੀਰੀਓਡਿਕ ਟੇਬਲ ਦੇ ਵਿੱਚ ਤੁਸੀਂ ਐਲੀਮੈਂਟਸ ਦੇਖ ਰਹੇ ਹੋ, ਉਹਨਾਂ ਦੇ ਜਿਹੜੇ ਮਾਸਿਸ ਨੇ ਉਹ ਕਿਵੇਂ ਫਾਈਂਡ ਕੀਤੇ ਗਏ ਨੇ, ਠੀਕ ਹੈ ਨਾ। ਸਭ ਤੋਂ ਪਹਿਲਾਂ ਜੋ ਓਲਡ, ਜੇਕਰ ਆਪਾਂ ਗੱਲ ਕਰੀਏ ਪਹਿਲਾਂ ਦੇ ਸਮੇਂ ਦੇ ਵਿੱਚ ਕੀ ਸੀਗਾ, ਸਭ ਤੋਂ ਪਹਿਲਾਂ ਜਿਹੜੀ ਸੀਗੀ ਸਟੈਂਡਰਡ ਜਿਹੜਾ ਸੀ ਐਲੀਮੈਂਟ ਜੋ ਹੈਗਾ ਸੀ, ਉਹਨੂੰ ਕੰਸੀਡਰ ਕੀਤਾ ਜਾ ਰਿਹਾ ਸੀ ਕਿ ਕਿਹੜਾ ਲਿਆ ਜਾਵੇ। ਸਭ ਤੋਂ ਪਹਿਲਾਂ ਸਟੈਂਡਰਡ ਲਿਆ ਗਿਆ ਸੀਗਾ ਹਾਈਡਰੋਜਨ ਨੂੰ, ਕਿ ਉਹਦੇ ਅਕੋਰਡਿੰਗ ਸਾਰੇ ਜਿਹੜੇ ਐਲੀਮੈਂਟਸ ਨੇ ਉਹਨਾਂ ਦੇ ਮਾਸਿਸ ਨੂੰ ਦੇਖਿਆ ਜਾਊਗਾ। ਬਟ ਹਾਈਡਰੋਜਨ ਦੀ ਜੋ ਸੈਟਿੰਗ ਨਹੀਂ ਆਈ, ਉਸ ਤੋਂ ਬਾਅਦ ਆਕਸੀਜਨ ਨੂੰ ਦੇਖਿਆ ਗਿਆ ਕਿ ਆਕਸੀਜਨ ਨੂੰ ਐਜ਼ ਅ ਸਟੈਂਡਰਡ ਮੰਨ ਲਿਆ ਜਾਵੇ, ਅਤੇ ਬਾਕੀ ਸਾਰੇ ਐਲੀਮੈਂਟਸ ਜਿਹੜਾ ਹੈਗੇ ਨੇ ਉਹਨਾਂ ਦਾ ਮਾਸ ਜਿਹੜਾ ਹੈ ਉਹ ਕਿਹਦੇ ਅਕੋਰਡਿੰਗ ਹੋ ਜੇ, ਆਕਸੀਜਨ ਦੇ। ਬਟ ਉਹਦੇ ਨਾਲ ਵੀ ਜਿਹੜਾ ਹੈ ਐਰਰ ਜਿਹੜੀ ਹੈ, ਜਦੋਂ ਕਿ ਵੱਡੇ ਵੱਡੇ ਐਲੀਮੈਂਟਸ ਜਿਹੜੇ ਨੇ ਜਿਨ੍ਹਾਂ ਦੇ ਮਾਸਿਸ ਬਹੁਤ ਹਾਇਰ ਨੇ, ਉਹਨਾਂ ਦੇ ਵਿੱਚ ਐਰਰ ਆਉਂਦੀ ਸੀ, ਮੀਨਸ ਕਾਫੀ ਜ਼ਿਆਦਾ ਫਰੈਕਸ਼ਨ ਵੈਲਿਊ ਇੱਦਾਂ ਕੁਛ ਪ੍ਰੋਬਲਮ ਸੀ। ਤਾਂ ਹੋਇਆ ਕੀ, ਤਾਂ ਇਸ ਤੋਂ ਬਾਅਦ ਜਿਹੜਾ ਥਰਡ ਐਲੀਮੈਂਟ ਦੇਖਿਆ ਗਿਆ ਉਹ ਸੀਗਾ ਕਾਰਬਨ, ਠੀਕ ਹੈ। ਕਾਰਬਨ ਨੂੰ ਇੱਕ ਸਟੈਂਡਰਡ ਮੰਨ ਕੇ, ਠੀਕ ਹੈ, ਕਾਰਬਨ ਦੀ ਸਟੈਂਡਰਡ ਵੈਲਿਊ ਮੰਨ ਕੇ ਉਹਦੇ ਅਕੋਰਡਿੰਗ ਜਿਹੜੇ ਨੇ ਬਾਕੀ ਸਾਰੇ ਐਲੀਮੈਂਟਸ ਦਾ ਜਿਹੜਾ ਮਾਸ ਹੈ ਉਹ ਦੇਖਿਆ ਗਿਆ, ਠੀਕ ਹੈ। ਸਾਰੇ ਅਟੋਮਿਕ ਮਾਸਿਸ ਜਿਹੜੇ ਨੇ ਉਹ ਇੱਕ ਕਾਰਬਨ ਸਟੈਂਡਰਡ ਮੰਨ ਕੇ ਉਹਦੇ ਅਕੋਰਡਿੰਗ ਹੀ ਮਾਸਿਸ ਫਾਈਂਡ ਕੀਤੇ ਗਏ ਨੇ। ਔਰ ਇਹ ਐਗਜ਼ੈਕਟ ਮਾਸਿਸ ਨਹੀਂ ਕਹਿ ਸਕਦੇ ਤੁਸੀਂ, ਇਹ ਰੈਲੇਟਿਵ ਮਾਸਿਸ ਹੁੰਦੇ ਨੇ, ਠੀਕ ਹੈ ਨਾ। ਇਹ ਦੇਖਿਆ ਜਾਂਦਾ ਹੈ ਕਿ ਕਿਸੇ ਦਾ ਮਾਸ, ਠੀਕ ਹੈ, ਕਾਰਬਨ ਦੇ 1/12 ਜਿਹੜਾ ਹੁੰਦਾ ਐਟਮ ਦਾ, ਉਹਦੇ ਮਾਸ ਤੋਂ ਕਿੰਨਾ ਜ਼ਿਆਦਾ ਹੈ, ਠੀਕ ਹੈ, ਇਹ ਦੇਖਿਆ ਜਾਂਦਾ ਹੈ। ਜਿੰਨਾ ਵੀ ਜ਼ਿਆਦਾ ਹੋਊਗਾ ਉਹ ਉਸਦਾ ਅਟੋਮਿਕ ਮਾਸ ਕੰਸੀਡਰ ਕੀਤਾ ਜਾਊਗਾ। ਵਿਦ ਦੀ ਹੈਲਪ ਆਫ ਨੋਟਸ ਅਸੀਂ ਸਮਝਦੇ ਹਾਂ ਨੂੰ। ਅਟੋਮਿਕ ਮਾਸ ਆਫ ਐਨ ਐਲੀਮੈਂਟ ਕੀ ਹੈ, ਦਾ ਐਵਰੇਜ ਰੈਲੇਟਿਵ ਮਾਸ ਆਫ ਐਨ ਐਟਮ। ਰੈਲੇਟਿਵ ਵਰਡ ਯੂਜ਼ ਕਰਨੇ ਕਿਉਂਕਿ ਕੰਪੇਅਰ ਕੀਤਾ ਜਾਂਦਾ ਇੱਥੇ, ਜਦੋਂ ਕੰਪੇਅਰ ਕਰਦੇ ਤਾਂ ਇੱਥੇ ਰੈਲੇਟਿਵ ਵਰਡ ਆ ਜਾਊਗਾ। ਆਫ ਐਨ ਐਟਮ ਆਫ ਐਨ ਐਲੀਮੈਂਟ ਐਜ਼ ਕੰਪੇਅਰ ਟੂ ਦਾ ਮਾਸ ਆਫ ਐਨ ਐਟਮ ਆਫ ਕਾਰਬਨ 12 ਟੇਕਨ ਐਸ 12। ਤਾਂ ਦੇਖੋ ਹੁਣ ਇੱਕ ਕਾਰਬਨ ਦਾ ਐਟਮ ਹੈ, ਇੱਕ ਉਹ ਐਟਮ ਹੈ ਜਿਸ ਦਾ ਤੁਸੀਂ ਅਟੋਮਿਕ ਮਾਸ ਫਾਈਂਡ ਕਰਨਾ। ਤੁਸੀਂ ਇਹ ਦੇਖਣਾ ਹੁੰਦਾ ਹੈ ਕਿ ਜਿਹੜਾ ਕਾਰਬਨ ਦਾ ਜਿਹੜਾ ਐਟਮ ਹੈ ਉਹਦਾ ਮਾਸ ਤਾਂ ਫਿਕਸ ਹੈਗਾ, ਉਹ ਤਾਂ ਸਟੈਂਡਰਡ ਹੈ, ਅਤੇ ਬਾਕੀ ਜਿਹੜਾ ਦੂਸਰਾ ਹੈਗਾ ਉਹਦਾ ਮਾਸ ਦੇਖੇ ਕਿਵੇਂ ਫਾਈਂਡ ਕੀਤਾ ਜਾਊਗਾ, ਇਹ ਦੇਖਿਆ ਜਾਊਗਾ ਕਿ ਉਹ ਕਿੰਨਾ ਹੈਵੀਅਰ ਹੈ, ਠੀਕ ਹੈ ਨਾ, ਕਿੰਨਾ ਹੈਵੀਅਰ ਹੈ ਉਹਦੇ ਨਾਲੋਂ, ਠੀਕ ਹੈ, ਕਾਰਬਨ ਦੇ ਐਟਮ ਦੇ ਮਾਸ ਨਾਲੋਂ, ਠੀਕ ਹੈ ਜੀ। ਸੋ ਅਗਰ ਇਹ ਡੈਫੀਨੇਸ਼ਨ ਕਲੀਅਰ ਹੈ ਤਾਂ ਆਪਾਂ ਇੱਕ ਹੋਰ ਡੈਫੀਨੇਸ਼ਨ ਇਹਦੀ ਦੇਖ ਲੈਂਦੇ ਹਾਂ। ਇਹਦੇ ਵਿੱਚ ਦਿੱਤਾ ਗਿਆ ਕਿ ਅਟੋਮਿਕ ਮਾਸ ਇਜ਼ ਅ ਨੰਬਰ ਵਿਚ ਐਕਸਪ੍ਰੈਸਿਸ ਐਜ਼ ਟੂ ਹਾਊ ਮੈਨੀ ਟਾਈਮਸ ਐਨ ਐਟਮ ਆਫ ਦਾ ਐਲੀਮੈਂਟ ਇਜ਼ ਹੈਵੀਅਰ। ਕਿੰਨਾ ਉਹ ਹੈਵੀਅਰ ਹੈ ਜਿਹਦਾ ਤੁਸੀਂ ਐਟਮ ਦਾ ਮਾਸ ਪਤਾ ਕਰਨਾ ਹੈ, ਕਿਹਦੇ ਨਾਲੋਂ, 1/12 ਆਫ ਦਾ ਮਾਸ ਆਫ ਕਾਰਬਨ ਐਟਮ ਨਾਲੋਂ। ਅਗਰ ਤੁਸੀਂ ਕਿਸੇ ਵੀ ਐਟਮ ਦਾ ਮਾਸ ਫਾਈਂਡ ਕਰਨਾ ਹੈ ਤਾਂ ਤੁਸੀਂ ਕਿੱਦਾਂ ਫਾਈਂਡ ਕਰੋਗੇ, ਅਟੋਮਿਕ ਮਾਸ ਜਿਹੜਾ ਹੁੰਦਾ ਇਹਨੂੰ ਫਾਈਂਡ ਕੀਤਾ ਜਾਂਦਾ, ਦੈਟ ਇਜ਼ ਉਸੇ ਜਿਹਦਾ ਤੁਸੀਂ ਮਾਸ ਪਤਾ ਕਰਨਾ, ਜਿਸ ਐਟਮ ਦਾ ਉਹਦਾ ਮਾਸ ਕਿੰਨਾ ਹੈ, ਡਿਵਾਈਡਡ ਬਾਈ 1/12 ਮਾਸ ਆਫ ਅ ਕਾਰਬਨ ਐਟਮ। ਇਹ ਫਿਕਸ ਹੁੰਦਾ ਹੈ, 1/12 ਜਿਹੜਾ ਮਾਸ ਹੈਗਾ ਕਾਰਬਨ ਐਟਮ ਦਾ ਕੀ ਹੁੰਦਾ ਹੈ, ਫਿਕਸ ਹੁੰਦਾ ਹੈ, ਠੀਕ ਹੈ ਜੀ। ਸੋ ਅਟੋਮਿਕ ਮਾਸ ਇਹੀ ਫਾਰਮੂਲਾ ਲਿਖਿਆ ਹੋਇਆ ਸੀ ਉੱਪਰ, ਅਤੇ ਇਹਦੇ ਵਿੱਚ ਕੀ ਹੈ, ਇਹ ਫਾਰਮੂਲਾ ਵੀ ਸੇਮ ਹੈ, ਦੋਨੋਂ ਉੱਪਰ ਅਤੇ ਇਹ ਵਾਲਾ ਸੇਮ ਹੀ ਨੇ, ਠੀਕ ਹੈ। ਬਟ ਇਹ ਜਿਹੜਾ ਐਗਜ਼ੈਕਟ ਵੈਲਿਊ, ਐਗਜ਼ੈਕਟ ਫਾਰਮੂਲਾ ਹੈਗਾ, ਠੀਕ ਹੈ ਜੀ। ਸੋ ਇੱਕ ਗੱਲ ਕਰਦੇ ਆ 1 ਅਟੋਮਿਕ ਮਾਸ ਯੂਨਿਟ। 1 ਅਟੋਮਿਕ ਮਾਸ ਯੂਨਿਟ ਦੇ ਵਿੱਚ ਕੀ ਹੁੰਦਾ ਹੈ, ਦੈਟ ਇਜ਼ ਹਾਂਜੀ, 1 ਅਟੋਮਿਕ ਮਾਸ ਯੂਨਿਟ ਦੇ ਵਿੱਚ ਕੀ ਹੁੰਦਾ ਹੈ, 1 ਅਟੋਮਿਕ ਮਾਸ ਯੂਨਿਟ ਹੁੰਦਾ ਕੀ ਹੈ। ਦੇਖੋ, ਇਹ ਕਾਰਬਨ ਦਾ ਕੰਪਲੀਟ ਐਟਮ ਹੈ, ਠੀਕ ਹੈ, ਇਹਨੂੰ 12 ਪਾਰਟਸ ਦੇ ਵਿੱਚ ਤੁਸੀਂ ਡਿਵਾਈਡ ਕਰ ਦਿਓ। ਜਿਹੜਾ ਇੱਕ ਪਾਰਟ ਬਚੂਗਾ ਉਹ ਇੱਕ ਪਾਰਟ ਦਾ ਕਿੰਨਾ ਮਾਸ ਹੈ, ਦੈਟ ਇਜ਼ 1.66056 ਇੰਟੂ 10⁻⁻24 ਗ੍ਰਾਮ। ਤਾਂ ਇਹਦਾ ਮਤਲਬ ਹੈ ਕਿ ਕਾਰਬਨ ਨੂੰ ਆਪਾਂ ਨੇ 12 ਪਾਰਟਸ ਦੇ ਵਿੱਚ ਡਿਵਾਈਡ ਕਰਤਾ, ਐਂਡ ਇੱਕ ਪਾਰਟ ਦਾ ਜਿਹੜਾ ਮਾਸ ਹੈ ਉਹ ਕੀ ਹੋਏਗਾ, ਉਹਨੂੰ ਆਪਾਂ ਕੀ ਕਹਿੰਦੇ ਆ, 1 ਅਟੋਮਿਕ ਮਾਸ ਯੂਨਿਟ, ਠੀਕ ਹੈ। ਇਹਦੇ ਅਕੋਰਡਿੰਗ ਜਿਹੜੇ ਨੇ ਸਾਰੇ ਐਲੀਮੈਂਟਸ ਦੇ ਮਾਸਿਸ ਨੂੰ ਆਪਾਂ ਕੀ ਕਰਦੇ ਆ, ਕੈਲਕੂਲੇਟ ਕਰਦੇ ਆ।
ਤਾਂ ਤੁਸੀਂ ਉੱਪਰ ਦੇਖ ਸਕਦੇ ਹੋ ਕਿਸੇ ਦਾ ਵੀ ਤੁਸੀਂ ਐਟੋਮਿਕ ਮਾਸ ਕੱਢਣਾ ਤੁਹਾਨੂੰ ਉਸ ਐਟਮ ਦਾ ਮਾਸ ਪਤਾ ਹੋਣਾ ਚਾਹੀਦਾ ਹੈ, ਜੋ ਐਗਜ਼ੈਕਟ ਮਾਸ ਹੈ ਉਹਦਾ, ਠੀਕ ਹੈ ਨਾ, ਐਗਜ਼ੈਕਟ ਮਾਸ ਹੈ। ਤੇ ਜੇਕਰ ਤੁਸੀਂ ਉਹਦਾ ਐਟੋਮਿਕ ਮਾਸ ਕੱਢਣਾ ਹੈ ਤਾਂ ਤੁਸੀਂ ਡਿਵਾਈਡ ਕਰੋਗੇ 1/12 ਮਾਸ, ਮਤਲਬ ਕਿਹਦੇ ਨਾਲ, ਇਹ ਵਾਲੇ ਮਾਸ ਨਾਲ, 1.66056 ਨਾਲ, ਠੀਕ ਹੈ ਜੀ। ਸੋ ਆਪਾਂ ਇੱਕ ਐਗਜ਼ਾਮਪਲ ਦੇ ਤੌਰ 'ਤੇ ਸਮਝ ਲੈਂਦੇ ਹਾਂ। देखो तुसी मास जिहड़ा देखो हाइड्रोजन का जिहड़ा मास हुंदा है वो हुंदा 1.6736 इंटू 10⁻⁻24 ग्राम, इन्ना मास हुंदा है हाइड्रोजन का बेसिकली। बट जो असी मासिस पढ़ते हैं पीरियोडिक टेबल दे विच, जो असी मास पढ़ते हैं हाइड्रोजन का, तो 1 पढ़ते हैं ना, वो असी इन द सेंस ऑफ एटॉमिक मास यूनिट पढ़ते हैं, ठीक है। सो आंदा किवें, उहनूं कैलकुलेट किवें कीता जांदा है। अगर असी इन टर्म्स ऑफ एटॉमिक मास यूनिट फाइंड करना है तो मास जिहड़ा होएगा हाइड्रोजन एटम का, उहनूं तुसी किवें कैलकुलेट करोगे। तो तुहानूं मैं दस्सिया सी फॉर्मूले के अकॉर्डिंग की होएगा, जिन्ना भी मास है, ठीक है, हाइड्रोजन का मास डिवाइडिड बाय 1/12 जिहड़ा मास होएगा कार्बन एटम का, जिहड़ा आपां हुणी उपर कैलकुलेट कीता है, उहदे नाल तुसीं डिवाइड कर दोगे तो आंसर जिन्ना आ जाऊगा दैट इज़ 1.008 एटॉमिक मास यूनिट। और 1.008 जिहड़ा है इनू तुसीं काहदे च कन्वर्ट कर लेना गा, मतलब इनू राउंड ऑफ कर लेना। राउंड ऑफ करके जिहड़ा है 1 आ जाएगा। एंड AMU नू जो है रिसेंटली की यूज़ किया जाता है, U यूज़ किया जाता है, ठीक है। U तुसीं इहदी जगह ते यूज़ कर सकते हो। हाँ जी, नैक्सट टॉपिक है एवरेज एटॉमिक मास। एवरेज एटॉमिक मास, जेकर एटॉमिक मास कढ़ना आंदा है तो असीं एवरेज एटॉमिक मास नू भी फाइंड कर लांगे। हुण किद्दां फाइंड करीदा है, देखो जिहड़ा एवरेज एटॉमिक मास है इनू आपां उदों फाइंड करते हैं जदों साडे कोले एक जिहड़ा है एटम है जां इक्को ही तरह के एलीमेंट्स जिहड़े ने वो पाए जाते हैं, जिद्दां आपां कह सकते हैं आइसोटोप्स, ठीक है ना। इक्को ही एलीमेंट के डिफरेंट मासिस के एटम्स पाए जाते हैं, ठीक है ना, आइसोटोप्स कहा जाता है। उस केस दे विच असीं किद्दां एटॉमिक मास फाइंड करांगे, उस केस दे विच ना असीं एवरेज एटॉमिक मास फाइंड करते हैं, ठीक है जी। एटॉमिक मास, एवरेज एटॉमिक मास फाइंड करने वास्ते थोनों एक टर्म जिहड़ी पता होनी चाहिए है, जिहदा नाम है फ्रैक्शनल अबंडेंस, या फिर कह सकते हैं रैलेटिव अबंडेंस। वैसे तो देखो क्वेश्चनस जो भी एवरेज एटॉमिक मास नूं फाइंड करन दा आऊगा तो थोनों फ्रैक्शनल अबंडेंस या रैलेटिव अबंडेंस ये वैल्यूज़ दित्तियां होणगियां, ठीक है ना, फिक्स होंदियां ने कि किहड़ा आइसोटोप किन्नी क जिहड़ी हैगी ओहदी रेशो दे विच प्रेजेंट हुंदा है, ठीक है ना। जिवें कार्बन 12 हुंदा है, कार्बन 13, कार्बन 14। हुण सानूं पता है कि कार्बन 12 जिहड़ा है ओहदी अबंडेंस सब तो ज़्यादा है, ठीक है ना, ज़्यादातर उही पाया जाता है, तो इट मीन ओहदी रैलेटिव अबंडेंस सब तो ज़्यादा है, ठीक है जी। उवें तुहानूं अबंडेंस दियां डिफरेंट आइसोटोप्स आर देयर, ओके। सो हरेक दी जिहड़ी अबंडेंस है तुहानूं क्वेश्चन दे विच दित्ती होगी। हाँ जी, एवरेज एटॉमिक मास का जिहड़ा फॉर्मूला है कैलकुलेट करन दा, तुसीं किद्दां कैलकुलेट कर सकते हो, दैट इज़ फ्रैक्शनल अबंडेंस इनटू एटॉमिक मास ऑफ दैट फ्रैक्शन। इहदे नाल तुसीं फाइंड कर सकते हो। देखो एक एग्जाम्पल दे नाल इहनूं समझदे आ। सपोज साडे कोले आइसोटोप्स ने नियॉन दे, ठीक है, नियॉन 20, नियॉन 21, नियॉन 22, सब दी फ्रैक्शनल अबंडेंस ऑलरेडी गिवन है। तुसीं देख सकते हो नियॉन 20 जिहड़ा है उहदी अबंडेंस देखो 0.9 मीनस मैक्सीमम यही है, ठीक है। और तो ये तुसीं देख सकते हो टोटल करके इन्हों टोटल 1 के करीब जिहड़ा है ये बनूगा, 1 के करीब, ओके। सो एवरेज एटॉमिक मास जो कड्डांगे नियॉन का, तो फॉर्मूला की दस्सिया सीगा कि आइसोटोप का जिहड़ा एटॉमिक तुसीं देख सकते हो फॉर्मूला फ्रैक्शनल अबंडेंस इंटू एटॉमिक मास, ठीक है ना। जिन्ना भी उहदा एटॉमिक मास है उन्होंने उहदे नाल मल्टीप्लाई करना उहदी फ्रैक्शनल अबंडेंस नाल। तो तुसीं 20 नूं उहदी फ्रैक्शनल अबंडेंस नाल मल्टीप्लाई कर दोगे, प्लस 21 नूं उहदी फ्रैक्शनल अबंडेंस नाल, 22 नूं उहदी फ्रैक्शनल अबंडेंस नाल। एंड इत्थे डिवाइडिड बाय की आना चाहिए सी, डिवाइडिड बाय 1, क्योंकि इत्थे टोटल 1 बनता तो आप इत्थे मैंशन नहीं किया। एवरेज कढ़ते हुंदे जो मीन कढ़ते हुंदे तो आप तिन्नां नूं ऐड करके डिवाइडिड बाय जिन्ना भी टोटल हुंदा है ना वो करते हुंदे। सो इत्थे आ जाऊगा 20.179 U। ये एवरेज एटॉमिक मास हुंदा नियॉन दा। जे तुसीं एग्जैक्ट कढना मीनस नियॉन जिहड़ा है वैसे आप 20 कंसीडर करते हैं, एवरेज जिहड़ी एग्जैक्ट वैल्यू है 20.179 U। हाँ जी, नैक्सट है मॉलिक्यूलर मास। मॉलिक्यूलर मास की हुंदा है, एटॉमिक मास आ जाता है एक एटम, ठीक है ना, बट मॉलिक्यूलर मास की आ जाता है मॉलिक्यूल बारे गल हुंदी है इहदे विच। हुण मॉलिक्यूलर मास जिहड़े ने ऑफ मॉलिक्यूलर मास जिहड़ा है ऑफ अ सबस्टांस मे बी डिफाइंड एज द एवरेज रैलेटिव मास ऑफ द मॉलिक्यूल। बस उत्थे एटम हुण तुसीं इत्थे किसी मॉलिक्यूल दा मास फाइंड करना है, ठीक है। इत्थे भी विद रिस्पैक्ट टू तुसीं कार्बन एटम दे ही फाइंड करोगे, ठीक है ना। इस करके इत्थे भी वर्ड जिहड़ा है रैलेटिव आएगा, ठीक है। सो मॉलिक्यूलर मास जिद्दां तुसीं मीथेन दा फाइंड करना है CH4,
ਤਾਂ ਦੇਖੋ ਇੱਥੇ ਰੈਲੇਟਿਵ ਵਰਡ ਕਿਉਂ ਆਇਆ, ਕਿਉਂਕਿ ਜਿਹੜੇ ਇੱਥੇ ਅਸੀਂ ਮਾਸਿਸ ਕੱਢ ਰਹੇ ਹਾਂ ਨਾ ਉਹ ਅਕੋਰਡਿੰਗ ਟੂ ਅਟੋਮਿਕ ਮਾਸ ਯੂਨਿਟ ਵਾਲੇ ਮਾਸਿਸ ਨੇ। ਓਕੇ, ਸੋ ਜਿੱਦਾਂ ਹਾਈਡਰੋਜਨ ਦਾ ਅਟੋਮਿਕ ਮਾਸ ਵਾਲਾ, ਇਸ ਕਰਕੇ ਹੀ ਆਪਾਂ ਕਹਿ ਰਹੇ ਹਾਂ ਰੈਲੇਟਿਵ ਵਰਡ ਇੱਥੇ, ਕਿਉਂਕਿ ਇੱਥੇ ਕੰਪੇਅਰ ਜਿਹੜਾ ਹੈ ਕਾਰਬਨ ਐਟਮ ਵਾਲਾ ਕੰਪੇਅਰਿੰਗ ਮਾਸਿਸ ਨੂੰ ਹੀ ਯੂਜ਼ ਕੀਤਾ ਗਿਆ ਗਾ। ਮੋਲੀਕੂਲਰ ਮਾਸਿਸ ਤੁਸੀਂ ਬਿਲਕੁਲ ਈਜ਼ੀ ਵੇ ਨਾਲ ਕੱਢ ਸਕਦੇ ਹੋ ਅਗਰ ਤੁਹਾਨੂੰ ਕਾਰਬਨ, ਹਾਈਡਰੋਜਨ, ਪਹਿਲੇ 20 ਐਲੀਮੈਂਟਸ ਤੇ ਅਗਰ ਤੁਹਾਨੂੰ ਅਟੋਮਿਕ ਮਾਸਿਸ ਲਰਨ ਨੇ। ਠੀਕ ਹੈ ਜੀ, ਸੋ ਜਸਟ ਪੁੱਟ ਦ ਵੈਲਿਊਜ਼ ਅਟੋਮਿਕ ਮਾਸ ਆਫ ਕਾਰਬਨ ਪਲੱਸ 4 ਹਾਈਡਰੋਜਨ ਨੇ 4 ਇੰਟੂ ਅਟੋਮਿਕ ਮਾਸ ਆਫ ਹਾਈਡਰੋਜਨ ਕਰਕੇ ਕੈਲਕੂਲੇਸ਼ਨ ਜਿਹੜੀ ਆ ਹੋ ਜਾਏਗੀ। ਐਂਡ ਤੁਸੀਂ ਇਹਨੂੰ ਰਾਊਂਡ ਆਫ ਕਰ ਸਕਦੇ ਹੋ, ਰਾਊਂਡ ਆਫ ਕਰਕੇ ਕਿੰਨਾ ਆ ਜਾਊਗਾ 16U। ਹਾਂਜੀ, ਨੈਕਸਟ ਹੈ ਫਾਰਮੂਲਾ ਮਾਸ। ਹੁਣ ਫਾਰਮੂਲਾ ਮਾਸ ਕੀ ਹੁੰਦਾ ਹੈ? ਫਾਰਮੂਲਾ ਮਾਸ ਹੁੰਦਾ ਹੈ ਕਿ ਫਾਰਮੂਲਾ ਮਾਸ ਇਜ਼ ਦ ਸਮ ਆਫ ਅਟੋਮਿਕ ਮਾਸਿਸ ਆਫ ਐਟਮਸ ਪ੍ਰੈਜ਼ੈਂਟ ਇਨ ਵਨ ਫਾਰਮੂਲਾ ਯੂਨਿਟ। ਅਗਰ ਤੁਹਾਨੂੰ ਕੋਈ ਫਾਰਮੂਲਾ ਦਿੱਤਾ ਹੋਇਆ ਕਿਸੇ ਵੀ ਕੰਪਾਊਂਡ ਦਾ, ਠੀਕ ਹੈ, ਉਹਦੇ ਜਿਹੜੇ ਵੀ ਉਹਦੇ ਵਿੱਚ ਐਟਮਸ ਪ੍ਰੈਜ਼ੈਂਟ ਹੋਣਗੇ ਉਹਨਾਂ ਦੇ ਤੁਸੀਂ ਅਟੋਮਿਕ ਮਾਸਿਸ ਲੈਣੇ ਨੇ ਅਤੇ ਉਹਨਾਂ ਨੂੰ ਕੀ ਕਰਨਾ, ਜਸਟ ਐਡ ਕਰਨਾ ਹੈ। ਫੋਰ ਐਗਜ਼ਾਮਪਲ NaCl ਹੈ, NaCl ਦੇ ਵਿੱਚ ਤਾਂ 2 ਹੀ ਐਟਮਸ ਨੇ, ਕਿਹਦੇ? ਸੋਡੀਅਮ ਐਂਡ ਕਲੋਰੀਨ। ਸੋਡੀਅਮ ਤੁਸੀਂ ਲੈ ਲਓਗੇ ਉਹਦਾ ਅਟੋਮਿਕ ਮਾਸ ਐਂਡ ਤੁਸੀਂ ਕਲੋਰੀਨ ਦਾ ਅਟੋਮਿਕ ਮਾਸ ਲੈ ਲਓਗੇ, ਦੋਨਾਂ ਦੇ ਮਾਸਿਸ ਨੂੰ ਐਡ ਕਰ ਦੋਗੇ, ਦਿਸ ਇਜ਼ ਯੂਅਰ ਫਾਰਮੂਲਾ ਮਾਸ। ਠੀਕ ਹੈ ਜੀ, ਸੋ ਆਪਾਂ ਇਹਦੇ ਨਾਲ ਦੇ ਕੁਛ ਜਿਹੜੇ ਨੇ ਨੂਮੈਰੀਕਲ ਡਿਸਕਸ ਕਰ ਲੈਂਦੇ ਹਾਂ ਜੋ ਕਿ ਇੰਪੋਰਟੈਂਟ ਨੇ। ਕੈਲਕੂਲੇਟ ਮਾਸ ਆਫ 1.5 ਗ੍ਰਾਮ ਆਫ ਕੈਲਸ਼ੀਅਮ। ਤੁਸੀਂ ਮਾਸ ਫਾਈਂਡ ਕਰਨਾ 1.5 ਗ੍ਰਾਮ ਆਫ ਹੈ ਕੈਲਸ਼ੀਅਮ। ਦੇਖੋ ਇਹਦੇ ਵਿੱਚ ਕੁਛ ਜਿਹੜਾ ਹੈ ਯੂਨਿਟਰੀ ਮੈਥਡ ਦੇ ਅਕੋਰਡਿੰਗ ਸਾਨੂੰ ਕੁਛ ਕੈਲਸ਼ੀਅਮ ਜਿਹੜਾ ਹੁੰਦਾ ਹੈ, ਕੈਲਸ਼ੀਅਮ ਦਾ ਮਾਸ ਕਿੰਨਾ ਹੁੰਦਾ, ਦੈਟ ਇਜ਼ ਅਟੋਮਿਕ ਮਾਸ 40 ਗ੍ਰਾਮ, ਹੈ ਨਾ। 40 ਗ੍ਰਾਮ ਮੀਨਸ 1 ਗ੍ਰਾਮ ਐਟਮ ਦਾ ਜਿਹੜਾ ਮਾਸ ਹੈ, 1 ਗ੍ਰਾਮ ਐਟਮ ਦਾ ਮਾਸ ਕਿੰਨਾ ਹੁੰਦਾ 40 ਗ੍ਰਾਮ। ਐਂਡ ਸਾਨੂੰ ਕਿੰਨੇ ਦਾ ਫਾਈਂਡ ਕਰਨ ਨੂੰ ਕਹਿ ਰਿਹਾ 1.5 ਗ੍ਰਾਮ ਐਟਮਸ। ਜੇਕਰ 1.5 ਗ੍ਰਾਮ ਐਟਮਸ ਦਾ ਮਾਸ ਕੱਢੀਏ ਤਾਂ ਉਹਨੂੰ ਉਹਦੇ ਨਾਲ ਸਿੰਪਲੀ ਇੰਟੂ ਕਰ ਦਾਂਗੇ। ਠੀਕ ਹੈ, ਇੰਟੂ ਕਰਕੇ ਕਿੰਨਾ ਆ ਜਾਊਗਾ 60 ਗ੍ਰਾਮ। ਹਾਂਜੀ, ਨੈਕਸਟ ਹੈ ਕੈਲਕੂਲੇਟ ਗ੍ਰਾਮ ਐਟਮਸ। ਹੁਣ ਕੁਐਸਚਨ ਜਿਹੜਾ ਹੈ ਉਹ ਉਲਟ ਹੋ ਗਿਆ। ਹੁਣ ਅਸੀਂ ਗ੍ਰਾਮ ਐਟਮਸ ਮੀਨਸ ਅਸੀਂ ਐਟਮਸ ਫਾਈਂਡ ਕਰਨੇ ਨੇ ਕਿਹਦੇ ਵਿੱਚ, ਅਗਰ ਸਾਡੇ ਕੋਲ ਆਕਸੀਜਨ ਹੈ 12.8 ਗ੍ਰਾਮ। ਠੀਕ ਹੈ, ਇਹਦੇ ਵਿੱਚ ਕਿੰਨੇ ਐਟਮਸ ਹੋਣਗੇ, ਕਿੰਨੇ ਗ੍ਰਾਮ ਐਟਮਸ ਹੋਣਗੇ। ਠੀਕ ਹੈ ਜੀ, ਸਾਨੂੰ ਪਤਾ ਹੈ ਕਿ 16 ਗ੍ਰਾਮ ਦੇ ਵਿੱਚ ਸਿਰਫ 1 ਗ੍ਰਾਮ ਐਟਮ ਹੁੰਦਾ ਹੈ ਨਾ, ਤਾਂ 12.8 ਗ੍ਰਾਮ ਦੇ ਵਿੱਚ ਕਿੰਨੇ ਹੋਣਗੇ, ਇੱਥੇ ਯੂਨਿਟਰੀ ਮੈਥਡ ਅਪਲਾਈ ਕਰ ਦਿਓ। ਠੀਕ ਹੈ, ਦੈਟ ਇਜ਼ 12.8 ਡਿਵਾਈਡਡ ਬਾਈ 16। ਇਹਨੂੰ ਕੈਲਕੂਲੇਟ ਕਰ ਲਓ, ਕੈਲਕੂਲੇਟ ਕਰਕੇ ਕਿੰਨਾ ਆ ਜਾਊਗਾ 0.8 ਗ੍ਰਾਮ ਐਟਮ। ਹੁਣ ਅਸੀਂ ਕੁਛ ਜਿਹੜਾ ਹੈ ਮੋਲੀਕਿਊਲਰ ਮਾਸ, ਮੋਲੀਕਿਊਲ ਬਾਰੇ ਗੱਲ ਕਰ ਲੈਂਦੇ ਹਾਂ। ਕੈਲਕੂਲੇਟ ਦਾ ਮਾਸ ਆਫ 0.5 ਗ੍ਰਾਮ ਮੋਲੀਕਿਊਲ ਆਫ ਸ਼ੂਗਰ। ਹਾਂਜੀ, ਸ਼ੂਗਰ ਜਿਹੜਾ ਹੈ ਅਸੀਂ ਇਹ ਫਾਈਂਡ ਕਰਨਾ ਹੈ ਕਿ ਮਾਸ ਕਿੰਨਾ ਹੋਏਗਾ ਅਗਰ ਸਾਡੇ ਕੋਲ ਕਿੰਨੇ ਮੋਲੀਕਿਊਲ ਨੇ। ਸਾਡੇ ਕੋਲ 0.5 ਗ੍ਰਾਮ ਮੋਲੀਕਿਊਲ ਨੇ ਸ਼ੂਗਰ ਦੇ, ਦਾ ਮਾਸ ਫਾਈਂਡ ਕਰਨਾ ਹੈ। ਬਿਲਕੁਲ ਸਹੀ ਹੈ। ਜਿੱਦਾਂ ਹੁਣ ਆਪਾਂ ਸ਼ੂਗਰ ਕਹਿ ਸਕਦੇ ਹਾਂ, ਸ਼ੂਗਰ ਦਾ ਜਿਹੜਾ ਫਾਰਮੂਲਾ ਹੁੰਦਾ, ਸਾਨੂੰ ਪਹਿਲਾਂ ਸਭ ਤੋਂ ਪਹਿਲਾਂ ਇੰਪੋਰਟੈਂਟ ਪਾਰਟ ਜਿਹੜਾ ਹੈ ਤੁਹਾਨੂੰ ਸ਼ੂਗਰ ਦਾ ਫਾਰਮੂਲਾ ਪਤਾ ਹੋਣਾ ਚਾਹੀਦਾ। ਠੀਕ ਹੈ, ਅਗਰ ਐਗਜ਼ਾਮ 'ਚ ਤੁਹਾਨੂੰ ਸ਼ੂਗਰ ਦਾ ਫਾਰਮੂਲਾ ਨਹੀਂ ਆਉਂਦਾ ਫਿਰ ਤੁਸੀਂ ਇਹ ਫਾਈਂਡ ਨਹੀਂ ਕਰ ਸਕਦੇ। ਠੀਕ ਹੈ ਜੀ, ਸੋ ਪਹਿਲਾਂ ਇਹਦਾ ਫਾਰਮੂਲਾ ਮਾਸ ਕੱਢ ਲਓ ਤੁਸੀਂ, ਕਿੰਨਾ ਹੋਏਗਾ, ਦੈਟ ਇਜ਼ 342 ਗ੍ਰਾਮ। ਇਹਦਾ ਮਤਲਬ ਇਹ ਹੋ ਗਿਆ ਕਿ ਸਾਡੇ ਕੋਲ ਅਗਰ ਇੱਕ ਮੋਲੀਕਿਊਲ ਹੈ ਨਾ, ਇੱਕ ਮੋਲੀਕਿਊਲ ਹੈ ਤਾਂ ਉਹਦਾ ਮਾਸ ਹੈਗਾ 342 ਗ੍ਰਾਮ। ਅਗਰ ਸਾਡੇ ਕੋਲ 0.5 ਗ੍ਰਾਮ ਮੋਲੀਕਿਊਲ ਨੇ ਤਾਂ ਉਹਨੂੰ ਉਹਦੇ ਨਾਲ ਇੰਟੂ ਕਰ ਦਿਓ ਤਾਂ ਕਿੰਨਾ ਆ ਜਾਊਗਾ 171 ਗ੍ਰਾਮ, ਉਹਦਾ ਹਾਫ ਹੋ ਜਾਊਗਾ ਮੇਨਲੀ। ਠੀਕ ਹੈ ਜੀ, ਸੋ ਨੈਕਸਟ ਕੁਐਸਚਨ ਦੇਖ ਲੈਣੇ, ਕੈਲਕੂਲੇਟ ਗ੍ਰਾਮ ਮੋਲੀਕਿਊਲ। ਹੁਣ ਅਸੀਂ ਇਹ ਫਾਈਂਡ ਕਰਨਾ ਹੈ ਕਿ ਅਗਰ ਸਾਡੇ ਕੋਲੇ ਸ਼ੂਗਰ ਹੈਗੀ ਹੈ 547.2 ਗ੍ਰਾਮ। ਓਕੇ, ਤਾਂ ਇਹਦੇ ਵਿੱਚ ਕਿੰਨੇ ਜਿਹੜੇ ਨੇ ਗ੍ਰਾਮ ਮੋਲੀਕਿਊਲ ਸ਼ੂਗਰ ਹੋਣਗੇ। ਠੀਕ ਹੈ ਨਾ, ਕਿੰਨੇ ਮੋਲੀਕਿਊਲਸ ਹੋਣਗੇ ਸ਼ੂਗਰ ਦੇ ਇਨ 547.2 ਗ੍ਰਾਮ ਦੇ ਵਿੱਚ। ਵੀ ਨੋ 342 ਗ੍ਰਾਮ ਦੇ ਵਿੱਚ 1 ਗ੍ਰਾਮ ਮੋਲੀਕਿਊਲ ਹੁੰਦਾ। ਜੋ ਅਸੀਂ ਫਾਈਂਡ ਕਰਨਾ ਨਾ ਉਹ ਰਾਈਟ ਹੈਂਡ ਸਾਈਡ 'ਤੇ ਰੱਖ ਲਿਆ ਕਰੋ। ਠੀਕ ਹੈ, ਜਿੱਦਾਂ ਅਸੀਂ ਗ੍ਰਾਮ ਮੋਲੀਕਿਊਲ ਫਾਈਂਡ ਕਰਨੇ ਆ ਤਾਂ ਗ੍ਰਾਮ ਮੋਲੀਕਿਊਲ ਨੂੰ ਤੁਸੀਂ ਰਾਈਟ ਹੈਂਡ ਸਾਈਡ 'ਤੇ ਰੱਖਣਾ ਹੁੰਦਾ ਹੈ ਜਿਹੜੀ ਚੀਜ਼ ਵੀ ਫਾਈਂਡ ਕਰਨੀ ਹੁੰਦੀ ਆ। ਅਤੇ 342 ਗ੍ਰਾਮ 'ਚ ਐਜ਼ ਵੀ ਨੋ 1 ਗ੍ਰਾਮ ਹੁੰਦੇ ਆ। ਸੋ ਇੰਨੇ ਗ੍ਰਾਮ ਦੇ ਵਿੱਚ ਫਾਈਂਡ ਕਰਨਾ ਤਾਂ ਤੁਸੀਂ ਸਿੰਪਲੀ 547 ਨੂੰ ਕਿੰਨਾ ਡਿਵਾਈਡ ਕਰ ਦੋਗੇ, 342 ਨਾਲ ਡਿਵਾਈਡ ਕਰਕੇ ਅਪਰੋਕਸੀਮੇਟ ਆਂਸਰ ਜਿਹੜਾ ਹੈ ਤੁਹਾਡਾ ਆ ਜਾਊਗਾ 1.6 ਗ੍ਰਾਮ ਮੋਲੀਕਿਊਲ। ਠੀਕ ਹੈ ਜੀ, ਸੋ ਇਹਦੇ ਨਾਲ ਦੇ ਜਿਹੜੇ ਇਹ ਨੂਮੈਰੀਕਲ ਨੇ ਆ ਦੇ ਰੱਖੇ ਨੇ ਮੈਨੇ। ਠੀਕ ਹੈ, ਇਹ ਤੁਹਾਡਾ ਹੋਮਵਰਕ ਹੈ, ਤੁਸੀਂ ਮੈਨੂੰ ਇਹਨੂੰ ਕਰਕੇ ਜਿਹੜਾ ਹੈ ਕਮੈਂਟ ਬਾਕਸ ਦੇ ਵਿੱਚ ਇਹਦੇ ਆਨਸਰ ਦੇਣੇ ਨੇ ਐਂਡ ਮੈਂ ਉੱਥੇ ਜਿਹੜਾ ਹੈ ਰਿਪਲਾਈ ਕਰ ਦਾਂਗੀ। ਠੀਕ ਹੈ, ਅਗਰ ਕਰੈਕਟ ਹੋਣਗੇ ਤਾਂ ਕਰੈਕਟ ਦਾ ਵੀ ਰਿਪਲਾਈ ਹੋ ਜਾਏਗਾ, ਰੋਂਗ ਹੋਣਗੇ ਤਾਂ ਰੋਂਗ ਦਾ ਵੀ। ਤੁਸੀਂ ਹੁਣੀ ਇਹਨੂੰ ਸੋਲਵ ਕਰਕੇ ਦੇਖੋ ਅਤੇ ਆਨਸਰ ਸੈਂਡ ਕਰੋ। ਠੀਕ ਹੈ ਜੀ, ਸੋ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਐਂਡ ਵੱਧ ਤੋਂ ਵੱਧ ਜਿਹੜਾ ਹੈ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਨਾਲ, ਆਪਣੇ ਨੀਅਰ ਡੀਅਰਸ ਨਾਲ। ਠੀਕ ਹੈ ਜੀ, ਥੈਂਕ ਯੂ ਸਟੂਡੈਂਟ, ਥੈਂਕ ਯੂ ਸੋ ਮਚ।